Swagat, Swagat, Swagat. This is another video of the series which is organized by the Rainbow E-Services and the English Family YouTube channel. इस वीडियो विच या इस सीरीज विच we just discuss and look about कि बच्चे किस ढंग ਦੇ ਨਾਲ IELTS ਕਰਦੇ ਨੇ and ਉਹਨਾਂ ਦੀ ਕੀ ਅਪਰੋਚ ਰਹਿੰਦੀ ਹੈ। ਅੱਜ ਸਾਡੇ ਨਾਲ ਜਿਹੜੇ ਗੈਸਟ ਨੇ ਉਹਨਾਂ ਦਾ ਨਾਮ ਜਸਨੂਰ ਹੈ and she is from ਫਗਵਾੜਾ। ਉਹਨਾਂ ਨੇ ਆਪਣੀ ਆਇਲਸ ਕੀਤੀ ਹੈ ਐਂਡ ਉਹਨਾਂ ਨੇ ਓਵਰਆਲ 6.5 ਬੈਂਡ ਸਕੋਰ ਕੀਤੇ ਨੇ। ਬੈਸਟ ਪਾਰਟ ਅਬਾਊਟ ਹਰ ਇਜ਼ that she has scored 8 bands in listening. So ਅੱਜ ਇਸ ਵੀਡੀਓ ਵਿੱਚ we'll be just looking at the things how she has done it and ਕੁਝ ਚੀਜ਼ਾਂ ਅਗਰ ਉਹਨਾਂ ਦੀ ਪ੍ਰੈਪਰੇਸ਼ਨ ਤੋਂ ਅਸੀਂ ਸਿੱਖ ਸਕਦੇ ਹਾਂ, ਸਮਝ ਸਕਦੇ ਹਾਂ and even inculcate ਕਰ ਸਕਦੇ ਹਾਂ, we'll be doing that. So first of all congratulate ਜਸਨੂਰ, ਬਹੁਤ ਬਹੁਤ ਤੁਹਾਡਾ ਸਵਾਗਤ। Thank you so much ਮੈਂ ਤੁਹਾਨੂੰ ਰੱਬ ਨੇ ਤੁਹਾਡੇ ਤੇ ਮਿਹਰ ਕੀਤੀ ਹੈ, ਬਹੁਤ ਚੰਗਾ ਲੱਗਾ। ਅੱਛਾ, ਫਸਟ ਸਵਾਲ ਅਸੀਂ ਇਹਨੂੰ ਸ਼ੁਰੂ ਮਤਲਬ ਲੈਟਸ ਸੇ ਬਲੰਟਲੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ, ਆਇਲਸ ਦਾ ਜੋ ਤੁਸੀਂ ਪੇਪਰ ਦਿੱਤਾ ਹੈ, you have done your IELTS, you have prepared for it and then you have cracked it. How was the whole experience? ਅਗਰ ਇੱਕ ਦੋ ਸ਼ਬਦਾਂ ਵਿੱਚ ਉਹਨੂੰ ਕਹਿਣਾ ਹੋਵੇ ਤਾਂ। ਐਕਸਪੀਰੀਅੰਸ ਸਰ ਵਧੀਆ ਵੀ ਸੀ, ਬਹੁਤ ਕੁਝ ਅਲੱਗ ਜਿਹਾ ਸਿੱਖਣ ਨੂੰ ਵੀ ਮਿਲਿਆ, ਮਤਲਬ ਐਜੂਕੇਸ਼ਨ ਤੋਂ ਇਲਾਵਾ ਵੀ ਕਿ ਮੈਂ ਕਿੱਦਾਂ ਆਪਣਾ ਟੀਮ ਵਰਕ ਵੀ ਕਰ ਸਕਦੀ ਹਾਂ ਤੇ ਕਿੱਦਾਂ ਫਰੈਂਡਸ ਬਣਾ ਸਕਦੀ ਹਾਂ, ਕਿਉਂਕਿ ਮੈਨੂੰ ਜ਼ਿਆਦਾ ਸ਼ੌਂਕ ਨਹੀਂ ਸੀਗਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਫਰੈਂਡਸ਼ਿਪ ਰੱਖਾਂ। ਤੇ ਇਹ ਬਹੁਤ ਪਲੱਸ ਪੁਆਇੰਟ ਸੀਗਾ ਕਿ ਇੰਸਟੀਟਿਊਟ 'ਚ ਮੈਂ ਜਾ ਕੇ ਮਤਲਬ ਅਲੱਗ-ਅਲੱਗ ਚੀਜ਼ਾਂ ਸਿੱਖਾਂ ਤੇ ਫਰੈਂਡਸ ਬਣਾਵਾਂ। ਤੇ ਐਜੂਕੇਸ਼ਨ ਬਾਰੇ ਗੱਲ ਕਰੀਏ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪਹਿਲਾਂ ਮੈਂ ਸੋਚਦੀ ਸੀ ਕਿ ਨਹੀਂ, ਆਇਲਸ ਇੱਕ ਮਤਲਬ ਹਾਈ ਲੈਵਲ ਅਪਰੋਚ ਆ, ਸੌਖੀ ਆ, ਬਹੁਤ ਜ਼ਿਆਦਾ, ਬਹੁਤ ਆਰਾਮ ਨਾਲ ਹੋ ਜਾਊਗੀ, ਕਿਉਂਕਿ ਮੇਰੀ ਬੈਕਗਰਾਊਂਡ ਦੇ ਵਿੱਚ ਮੈਂ ਆਪਣੀ ਸੀਨੀਅਰ ਐਜੂਕੇਸ਼ਨ ਜਿਹੜੀ ਆ ਉਹ ਸਾਇੰਸ ਸਟਰੀਮ ਤੋਂ ਕੀਤੀ ਆ। ਸੋ ਮੈਨੂੰ ਸੀ ਕਿ ਕਾਫੀ ਆਰਾਮ ਨਾਲ ਮੇਰੇ ਕੋਲ ਹੋ ਜਾਏਗੀ। ਪਰ ਜਿੱਦਾਂ ਕਲਾਸਿਸ ਲੱਗੀਆਂ ਤਾਂ ਥੋੜਾ ਜਿਹਾ ਹੋਇਆ ਕਿ ਨਹੀਂ, ਇੰਨੀ ਵੀ ਈਜ਼ੀ ਨਹੀਂ ਆ ਜਿੰਨੀ ਆਪਾਂ ਸੋਚ ਰਹੇ ਹਾਂ। ਜਸਟ ਇੱਕ ਮਾਈਂਡਸੈਟ ਦੀ ਹੈ, ਮਾਈਂਡਸੈਟ ਦੀ ਗੇਮ ਹੈ ਸਾਰੀ। ਤੇ ਜੇ ਆਪਣਾ ਮਾਈਂਡਸੈਟ ਆ ਤਾਂ ਆਲਰੇਡੀ ਆਪਾਂ ਨੂੰ ਸਭ ਕੁਝ ਸੌਖਾ ਲੱਗਦਾ ਹੈ ਉਹਦੇ ਵਿੱਚ। ਤੇ ਇੱਕ ਐਡੀਸ਼ਨਲ ਚੀਜ਼ ਇਹ ਹੈ ਕਿ ਆਪਾਂ ਨੂੰ ਵੋਕੈਬ ਬਾਰੇ ਵੀ ਪਤਾ ਹੋਣਾ ਚਾਹੀਦਾ ਆ, ਜਿਹੜੀ ਰੀਡਿੰਗ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਆ। ਬਾਕੀ ਸਭ ਚੀਜ਼ਾਂ ਕਾਫੀ ਸੌਖੀਆਂ ਲੱਗਦੀਆਂ ਸੀ। ਵਧੀਆ ਸੀ ਐਕਸਪੀਰੀਅੰਸ ਮੇਰਾ ਬਹੁਤ। let me know, ਮੈਂ ਉਹੀ ਗੱਲ ਜਿਹੜੀ ਗੱਲ ਇੱਥੇ ਥੋੜੀ ਹਾਈਲਾਈਟ ਕਰਨਾ ਚਾਹੁੰਦਾ। You said it's all about mindset. ਵੀ ਮਾਈਂਡ ਸੈਟਅਪ ਹੈ, ਇਟਸ ਨਾਟ ਅਬਾਊਟ ਕਿ ਕਿੰਨੇ ਜ਼ਿਆਦਾ ਤੁਸੀਂ ਪ੍ਰੈਪਰੇਸ਼ਨ ਕਰਦੇ ਹੋ, ਕਿੰਨੀ ਤੁਸੀਂ ਕੋਚਿੰਗ ਲੈਂਦੇ ਹੋ। ਸੋ ਮਤਲਬ ਕੋਚਿੰਗ ਐਂਡ ਬਾਕੀ ਜੋ ਕੰਟੈਂਟ ਮਟੀਰੀਅਲ ਹੈਗਾ ਆ, ਜੋ ਬੱਚੇ ਰੱਟਾ ਲਾਉਂਦੇ ਆ, ਉਹ ਇੱਕ ਸਾਈਡ ਤੇ ਹੈ ਐਂਡ ਦਾ ਮਾਈਂਡ ਸੈਟ ਆਫ ਦਾ ਸਟੂਡੈਂਟ, ਠੀਕ ਹੈ, ਉਹ ਇੱਕ ਸਾਈਡ ਤੇ ਹੋ ਜਾਂਦਾ ਹੈ ਨਾ। ਇਹੀ ਚੀਜ਼ ਹੈ। ਜੇ ਮਾਈਂਡਸੈਟ ਇੱਕ ਬੱਚੇ ਦਾ ਹੈ ਤਾਂ ਬਹੁਤ ਵਧੀਆ ਚੀਜ਼ ਆ। ਬੱਚਾ ਇੱਕ 1 ਮੰਥ ਦੇ ਵਿੱਚ ਬਹੁਤ ਈਜ਼ੀਲੀ ਕਰੈਕ ਕਰ ਸਕਦਾ ਹੈ ਆਇਲਟਸ ਨੂੰ, ਬਹੁਤ ਈਜ਼ੀਲੀ। ਜੇ ਉਹਦਾ ਮਾਈਂਡਸੈਟ ਥੋੜਾ ਜਿਹਾ ਹੋਰ ਸਾਈਡ ਤੇ ਵੀ ਹੈਗਾ ਤਾਂ ਉਹਨੂੰ ਥੋੜਾ ਟਾਈਮ ਲੱਗ ਸਕਦਾ ਹੈ, ਤੇ ਮੈਂ ਉਹਨਾਂ ਦੇ ਵਿੱਚੋਂ ਇੱਕ ਸੀਗੀ ਤੇ ਮੈਨੂੰ ਥੋੜਾ ਜਿਹਾ ਟਾਈਮ ਲੱਗਾ ਕਿਉਂਕਿ ਐਕਸਪੀਰੀਅੰਸ ਦੇ ਨਾਲ ਕੁਝ ਪ੍ਰੋਬਲਮਸ ਵੀ ਏਦਾਂ ਦੀਆਂ ਹੋ ਜਾਂਦੀਆਂ ਜਿਹਦੇ ਕਰਕੇ ਮਾਈਂਡਸੈਟ ਥੋੜਾ ਜਿਹਾ ਡਾਇਵਰਟ ਹੋ ਜਾਂਦਾ। ਸੋ ਉਹਦੇ ਕਰਕੇ ਮੈਨੂੰ ਉਹਦੇ ਕਰਕੇ ਥੋੜਾ ਜਸਟ ਤੁਹਾਨੂੰ ਥੋੜਾ ਮੈਂ ਇੱਥੇ ਟੋਕ ਰਿਹਾ, ਜਸਟ ਮੈਨੂੰ ਥੋੜਾ ਜਿਹਾ ਦੱਸੋ how is it different from other papers? ਜਿਵੇਂ ਲੈਟਸ ਸੇ ਤੁਸੀਂ 10th ਦੇ ਪੇਪਰ ਦਿੱਤੇ ਆ, ਪਲੱਸ 2 ਦੇ ਪੇਪਰ ਦਿੱਤੇ ਆ, there was a set kind of pattern ਜਾਂ ਇੱਕ ਨਾ ਸਿਲੇਬਸ ਸੀਗਾ। ਇਹ ਪੇਪਰ ਕਰਨ ਲੱਗੇ ਕੁਝ ਇਦਾਂ ਦਾ ਕੁਝ ਯਾਦ ਕੀਤਾ ਜਾਂ ਕੁਝ ਇਦਾਂ ਦਾ ਕੁਝ ਤੁਸੀਂ ਕੋਈ ਪੈਟਰਨ ਫੋਲੋ ਕੀਤਾ ਕਿ ਮੈਂ ਸਵੇਰੇ ਉੱਠ ਕੇ 5 ਵਜੇ ਪੜ੍ਹਨਾ, ਮੈਂ ਰਾਤ 12 ਵਜੇ ਤੱਕ ਪੜ੍ਹਨਾ? Was there something like that? ਨਹੀਂ ਸਰ, ਆਪਾਂ ਕੰਪੇਅਰ ਕਰੀਏ ਕਰਿਕੂਲਮ ਸਿਲੇਬਸ ਦੇ ਨਾਲ ਤਾਂ ਇਹ ਬਹੁਤ ਡਿਫਰੈਂਟ ਚੀਜ਼ ਆ। ਮੈਂ ਆਪਣੇ ਐਕਸਪੀਰੀਅੰਸ ਬਾਰੇ ਦੱਸਾਂ ਤਾਂ ਮੈਂ ਕਦੀ ਵੀ ਕੁਝ ਕ੍ਰੈਮਿੰਗ ਨਹੀਂ ਕੀਤੀ। ਹਮੇਸ਼ਾ ਮਤਲਬ ਜਦੋਂ ਮੈਂ 5 o'clock ਪੜ੍ਹ ਕੇ ਇੰਸਟੀਟਿਊਟ ਤੋਂ ਘਰ ਆਉਂਦੀ ਵੀ ਸੀ ਤਾਂ ਹਮੇਸ਼ਾ ਹੋਮਵਰਕ ਲੈ ਕੇ ਆਉਂਦੀ ਸੀ, ਸਿਰਫ ਰਾਈਟਿੰਗ ਦਾ, ਕਿਉਂਕਿ ਪਹਿਲਾਂ ਮੈਨੂੰ ਥੋੜਾ ਜਿਹਾ ਘੱਟ ਸੀਗਾ ਇੰਟਰਸਟ ਰਾਈਟਿੰਗ ਵਿੱਚ। ਤੇ ਜਿੱਦਾਂ ਮੈਂ ਕਲਾਸਿਸ ਲਗਾਈਆਂ, ਸਪੈਸ਼ਲੀ ਥੈਂਕ ਯੂ ਫॉर ਮਨਦੀਪ ਮੈਮ, ਕਿਉਂਕਿ ਉਹਨਾਂ ਨੇ ਮੇਰਾ ਇੰਨਾ ਇੰਟਰਸਟ ਰਾਈਟਿੰਗ ਦੇ ਵਿੱਚ ਪਾਇਆ ਜਿਹਦੇ ਕਰਕੇ ਮੈਨੂੰ ਹੁੰਦਾ ਸੀ ਕਿ ਮੈਂ ਰਾਈਟਿੰਗ ਦਾ ਹੋਮਵਰਕ ਲੈ ਕੇ ਜਾਣਾ ਹੈ ਘਰ, ਤੇ ਬਾਕੀ ਰੀਡਿੰਗ ਲੈ ਕੇ ਜਾਵਾਂ ਭਾਵੇਂ ਨਾ। ਤੇ ਮੈਂ ਕਦੀ ਵੀ ਕ੍ਰੈਮਿੰਗ ਨਹੀਂ ਕੀਤੀ। And still that's why you got 6.5 band in writing, right? ਹਾਂਜੀ That's very good, that's very good.
ਅੱਛਾ ਜਸਨੂਰ, ਹੁਣ ਮੈਨੂੰ ਇੱਕ ਦੱਸੋ, ਹਾਊ ਵਾਸ ਯੂਰ ਐਕਸਪੀਰੀਅੰਸ ਆਫ ਗਿਵਿੰਗ ਦਾ ਪੇਪਰ? ਲੈਟਸ ਸੇ ਤੁਸੀਂ ਸਵੇਰੇ, ਤੁਹਾਡਾ ਮਾਰਨਿੰਗ ਪੇਪਰ ਸੀ ਕਿ ਤੁਹਾਡਾ ਈਵਨਿੰਗ ਪੇਪਰ ਸੀ? ਈਵਨਿੰਗ ਸੀਗਾ ਪੇਪਰ ਮੇਰਾ। ਈਵਨਿੰਗ ਪੇਪਰ ਸੀਗਾ, ਤੇ ਤੁਹਾਡਾ ਪੇਪਰ ਕਿਸ ਦਿਨ ਹਾਂਜੀ, ਸੀਗਾ? ਕਿਸ ਦਿਨ ਸੀਗਾ? 11th ਆਫ ਜੂਨ, 11 ਜੂਨ। 11 ਹਾਂਜੀ, ਜੂਨ 2022, ਐਂਡ ਈਵਨਿੰਗ ਤੁਹਾਡਾ ਹਾਂਜੀ। ਪੇਪਰ ਸੀਗਾ, ਤੇ ਤੁਸੀਂ ਜਦੋਂ ਪੇਪਰ ਦੇਣ ਉੱਥੇ ਗਏ, ਹਾਊ ਵਾਸ ਦਾ এনवायरमेंट ਓਵਰ देयर? ਕਿੱਦਾਂ ਸੀਗਾ? ਮਤਲਬ ਕਿੱਦਾਂ ਬੱਚੇ ਟੈਨਸ਼ਨ 'ਚ ਸੀਗੇ? ਕਿਸੇ ਨਾਲ ਗੱਲ ਕੀਤੀ? ਹਾਊ ਵਾਸ ਇਟ? ਕਿਸੇ ਨੇ ਇਹ ਨਹੀਂ ਕਿਹਾ ਕਿ ਮੇਰਾ 10ਵੀਂ ਅ ਵਾਰੀ ਪੇਪਰ ਹੈ, ਮੇਰਾ 11ਵੀਂ ਵਾਰੀ ਪੇਪਰ ਹੈ? ਸਰ ਇੱਕ ਮਿਲੇ ਸੀ। ਇਹ ਹਾਂ। ਇੱਕ ਜਣਾ ਮੈਨੂੰ ਮਿਲਿਆ ਸੀਗਾ, ਮੈਂ ਨਾ ਬਹੁਤ ਨਰਵਸ ਜੀ ਸੀਗੀ, ਮਤਲਬ ਕਿ ਮੈਂ ਉਸ ਜਗ੍ਹਾ ਤੇ, ਮਤਲਬ ਮੈਨੂੰ ਸੀਗਾ ਕਿ ਮੈਂ ਜ਼ਿਆਦਾ ਫਰੈਂਡਲੀ ਨਹੀਂ ਹੈਗੀ ਉਸ এনवायरमेंट ਦੇ ਵਿੱਚ। ਤੇ ਹੂੰ ਇੱਕ ਜਣਾ ਮੈਨੂੰ ਮਿਲਿਆ ਸੀ, ਮੈਨੂੰ ਪਤਾ ਨਹੀਂ ਸੀ ਕਿੱਥੇ ਜਾਣਾ ਹੈ। ਹੂੰ ਤਾਂ ਆਈ ਵਾਸ ਜਸਟ ਵੇਟਿੰਗ ਕਿ ਮਤਲਬ ਕੋਈ ਮੈਨੂੰ ਮਿਲੇ, ਕੋਈ ਮਤਲਬ ਫਰੈਂਡ ਬਣਾਉਣ ਲਈ, ਤੇ ਮੈਂ ਉਹਨੂੰ ਪੁੱਛਾਂ ਤੇ ਮੈਂ ਉਹਦੇ ਨਾਲ ਜਾਵਾਂ, ਮਤਲਬ ਸਾਰਾ ਦੇਖਾਂ ਤਾਂ ਉੱਥੇ ਦਾ। ਕਾइंड ऑफ ਇੱਕ ਥੋੜਾ ਤੇ ਸਪੋਰਟ ਹੋ ਇੱਕ, ਜਾਂਦੀ ਹੈ। ਹੂੰ ਹਾਂਜੀ, ਸਪੋਰਟ ਹੋ ਜਾਂਦੀ ਹੈ ਇੱਕ। ਤੇ ਫਿਰ ਮੈਨੂੰ ਜਦੋਂ ਉਹ ਮਿਲੇ, ਇੱਕ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਇੱਥੇ ਜਾਣਾ ਚਾਹੀਦਾ, ਫਿਰ ਤੁਹਾਨੂੰ ਇੱਥੇ ਜਾਣਾ ਚਾਹੀਦਾ। ਮੈਂ ਕਿਹਾ ਅੱਛਾ ਠੀਕ ਹੈ, ਹੂੰ ਤੇ ਤੁਹਾਨੂੰ ਇੰਨੀ ਨੌਲੇਜ ਕਿਵੇਂ ਆ? ਤਾਂ ਫਿਰ ਹੂੰ ਉਹਨਾਂ ਨੇ ਦੱਸਿਆ ਕਿ ਆਈ ਐਮ ਗਿਵਿੰਗ ਮਾਈ ਪੇਪਰ 10th ਟਾਈਮ। ਤੇ ਮੈਂ ਬਹੁਤ ਸ਼ੌਕ ਜੀ ਸੀਗੀ, ਮੈਂ ਕਿਹਾ ਮਤਲਬ ਕਿ ਸੀਰੀਅਸਲੀ ਮੈਂ, ਮਤਲਬ ਮੈਂ ਇੱਕ ਤਰ੍ਹਾਂ ਡਰ ਗਈ ਸੀ ਉਸ ਟਾਈਮ ਤੇ, ਮੇਰਾ ਨੈਗੇਟਿਵ ਪੁਆਇੰਟ ਸੀ ਉੱਥੇ ਹਾਂ ਕਿ ਬਈ ਚੀਜ਼ ਦਾ ਇੰਨਾ ਕੁ ਹੋਇਆ ਨੀ। ਚਾਹੀਦਾ ਹੁੰਦਾ ਹੈ, ਇੰਨਾ ਕੁ ਰਿਪੀਟ ਕਰਨਾ ਪੈਂਦਾ ਹੈ। ਮੈਂ ਉਸ ਟਾਈਮ ਨੈਗੇਟਿਵ ਹੋ ਗਈ ਸੀ ਪੇਪਰ ਤੋਂ ਪਹਿਲਾਂ। ਪਰ ਹੂੰ ਜਿੱਦਾਂ ਉੱਥੇ ਪੇਪਰ ਸਟਾਰਟ ਹੋਇਆ, ਜਿੱਦਾਂ ਮੈਂ ਲਿਸਨਿੰਗ ਕੀਤੀ, ਮੇਰੀ ਕਾਫ਼ੀ ਵਧੀਆ ਲਿਸਨਿੰਗ ਹੋਈ ਸੀ। ਤੇ ਹੂੰ ਬਹੁਤ ਵਧੀਆ ਰਿਹਾ। ਤੇ ਉਸ ਤੋਂ ਬਾਅਦ ਰੀਡਿੰਗ ਹੋਈ ਸੀ, ਉਹ ਵੀ ਵਧੀਆ ਗਿਆ। ਤੇ ਫਿਰ ਉਸ ਤੋਂ ਬਾਅਦ ਹੂੰ ਰਾਈਟਿੰਗ, ਫਿਰ ਥੋੜਾ ਨਾਰਮਲ ਹੋਣਾ ਸ਼ੁਰੂ ਹੋ ਗਿਆ ਸੀ ਤੇ ਨਾਰਮਲ ਸਭ ਹੋ ਕੁਛ। ਸ਼ੁਰੂ ਹੋਣਾ ਗਿਆ ਸੀਗਾ। ਦੈਟਸ ਹਾਂਜੀ, ਗੁੱਡ, ਦੈਟਸ ਗੁੱਡ। ਅੱਛਾ ਜਸਟ ਇੱਕ ਥੋੜਾ ਹੋਰ ਦੱਸੋ, ਆਈ ਹੈਵ ਨੈਵਰ ਆਸਕਡ ਸਮਬਡੀ, ਬਟ ਇੱਕ ਫੈਮਿਲੀ ਦਾ ਕਿੱਦਾਂ ਰੋਲ ਹੁੰਦਾ, ਮਤਲਬ ਇਸ ਆਇਲਸ ਦੇ ਪੇਪਰ ਨੂੰ ਕ੍ਰੈਕ ਕਰਨ ਦੇ ਵਿੱਚ, ਜਾਂ ਕੋਈ ਵੀ ਪੇਪਰ ਦੇਣ ਦੇ ਵਿੱਚ, ਵਾਟ ਇਜ਼ ਦਾ ਰੋਲ ਆਫ ਦਾ ਫੈਮਿਲੀ? ਕਿੱਦਾਂ ਲੱਗਦਾ ਤੁਹਾਨੂੰ? ਫੈਮਿਲੀ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਰੋਲ ਹੈ ਨਹੀਂ ਆਪਣੀ ਆਈਲਸ ਨੂੰ ਲੈ ਕੇ, ਪਰ ਹੂੰ ਉਹਨਾਂ ਦਾ ਇੱਕ ਮੇਨ ਰੋਲ ਹੈਗਾ। ਜੇ ਉਹ ਰੋਲ ਨਾ ਨਿਭਾਉਣ ਤਾਂ ਇੱਕ, ਮਤਲਬ ਸਟੂਡੈਂਟ ਜਿਹੜਾ ਆ ਬਹੁਤ ਅਲੱਗ ਵੇ ਤੇ ਜਾ ਸਕਦਾ ਆ। ਫੋਰ ਹੂੰ ਐਗਜ਼ਾਮਪਲ ਮੈਂ ਆਪਣੇ ਬਾਰੇ ਵੀ ਗੱਲ ਕਰਾਂ ਤਾਂ ਕੁਛ ਪ੍ਰੋਬਲਮਸ, ਜਾਂ ਕਹਿ ਸਕਦੇ ਆ ਕਿ ਮੈਨੂੰ ਏਦਾਂ ਹੂੰ ਸੀ ਕਿ ਵੀ ਮੇਰੇ ਕੋਲੋਂ ਨਹੀਂ ਹੋਣੀ। ਹੂੰ ਤਾਂ ਪੇਰੈਂਟਸ ਨੇ ਇਨਕਰੇਜ ਕਰਨਾ ਕਿ ਤੂੰ ਸਾਇੰਸ ਕਰ ਚੁੱਕੀ ਹੈ +2 ਚ, ਤਾਂ ਤੂੰ ਆਲਰੇਡੀ ਬਹੁਤ ਆਰਾਮ ਨਾਲ ਕਰ ਲਊਂਗੀ। ਪਰ ਦੈਟਸ ਮੈਂ ਟਰੂ। ਆਪਣੇ ਆਪ ਨੂੰ ਥੋੜਾ ਜਿਹਾ ਨੀਚੇ ਦੇਖਦੀ ਸੀ। ਪਰ ਹੂੰ ਉਹਨਾਂ ਨੇ ਇਨਕਰੇਜ ਕੀਤਾ ਥੋੜਾ ਬਹੁਤ, ਤੇ ਫਿਰ ਮੈਨੂੰ ਹੋਇਆ ਕਿ ਨਹੀਂ, ਮੈਨੂੰ ਕਰਨਾ ਚਾਹੀਦਾ ਹੈ, ਮੈਂ ਕਰ ਸਕਦੀ ਹਾਂ ਕ੍ਰੈਕ। now ਤੇ this is ਇਸ very ਤੋਂ important। ਇਲਾਵਾ, ਹਾਂਜੀ, ਹੂੰ ਤੇ ਇਹ ਚੀਜ਼ ਵੀ ਬਹੁਤ ਮਤਲਬ ਕਿ ਇੰਪੋਰਟੈਂਟ ਆ, ਜਿਹਦੇ ਕਰਕੇ ਇੱਕ ਸਟੂਡੈਂਟ ਨੂੰ ਇਨਕਰੇਜ ਮਿਲਦਾ ਹੈ ਕਿ ਉਹ ਕਰ ਸਕਦਾ ਆ। ਸਹੀ ਵੀ ਹੈ, ਮੈਨੂੰ ਵੀ ਗੱਲ ਸਹੀ ਲੱਗਦੀ ਹੈ ਕਿ ਵਿਦਆਊਟ ਹਾਂਜੀ, ਪੇਰੈਂਟਸ ਐਨਕਰੇਜਮੈਂਟ, ਮਤਲਬ ਬੱਚਾ ਠੀਕ ਹੈ ਆਇਲਸ ਬਾਰੇ ਪ੍ਰੈਪਰੇਸ਼ਨ ਕਰ ਰਿਹਾ, ਆਇਲਸ ਦੇ ਪੇਪਰ ਦੇ ਬਾਰੇ, ਐਂਡ ਉਹ ਕੋਚਿੰਗ ਹਾਂਜੀ, ਸੈਂਟਰ ਜਾ ਰਿਹਾ, ਐਂਡ ਅਗਰ ਉਹਦੇ ਪੇਰੈਂਟਸ ਉਹਨੂੰ ਨਹੀਂ ਸਪੋਰਟ ਕਰ ਰਹੇ, ਹੁਣ ਕੱਲਾ ਸਪੋਰਟ ਇੱਕ ਫਾਈਨੈਂਸ਼ੀਅਲ ਨਹੀਂ ਹੁੰਦਾ, ਇੱਕ ਇਮੋਸ਼ਨਲ ਵੀ ਹੁੰਦਾ, that ਹਾਂਜੀ, is ਹਾਂਜੀ, also very important। ਪਰ ਮੈਨੂੰ ਕਦੀ ਕਦੀ ਨਾ ਉਹ ਬੜਾ ਹਾਂਜੀ, ਅਜੀਬ ਲੱਗਦਾ ਹੁੰਦਾ ਜਦੋਂ ਪੇਰੈਂਟਸ ਕਹਿੰਦੇ ਆ ਕਿ ਉਹਦੇ ਮੁੰਡੇ ਦੇ ਇੰਨੀ ਛੇਤੀ ਬੈਂਡ ਆ ਗਏ ਤੇ ਤੇਰੇ ਕਿਉਂ ਨਹੀਂ ਆਏ, why they ਹਾਂਜੀ, start ਹਾਂਜੀ, comparing, so that comparison ਹਾਂਜੀ, of the students with fellow other ਰਿਸ਼ਤੇਦਾਰ and all, ਹਾਂਜੀ, ਉਹ ਲੱਗਦਾ ਕਿ ਬੱਚੇ ਦਾ ਨਾ ਕੌਨਫੀਡੈਂਸ ਥੋੜਾ ਜਿਹਾ ਤੋੜ ਦਿੰਦੇ ਆ, ਹਾਂਜੀ, ਹਾਂਜੀ, ਬਿਲਕੁਲ ਏਦਾਂ ਹਨਾ। ਹੁੰਦਾ ਹੈ। ਮੇਰੇ ਨਾਲ ਵੀ ਹੋਇਆ ਸੀ ਸਟਾਰਟਿੰਗ ਵਿੱਚ, ਵੀ ਮੇਰੇ ਹੂੰ ਪੇਰੈਂਟਸ ਨੇ ਜਦੋਂ ਇਨਕਰੇਜ ਤਾਂ ਕਰਨਾ ਹੀ ਕਰਨਾ, ਪਰ ਨਾਲ ਏਦਾਂ ਵੀ ਕਹਿ ਦੇਣਾ ਕਿ ਮੇਰੇ ਰਿਲੇਟਿਵਸ ਜਾਂ ਮੇਰੇ ਫਰੈਂਡਸ ਦੇ ਜਿੰਨੇ ਵੀ ਮਤਲਬ ਹੈਗੇ ਨੇ, ਹੂੰ ਸਭ ਨੇ ਕੀਤੀ ਹੈ, ਤੇ ਤੂੰ ਕਿਉਂ ਨਹੀਂ ਕਰ ਤੂੰ ਸਕਦੀ? ਕਿਉਂ ਨਹੀਂ ਕਰਦੀ, ਤੂੰ ਕਿਉਂ ਤੇ ਨਹੀਂ ਕਰ ਸਕਦੀ? ਹਾਂਜੀ, ਤੂੰ ਕਿਉਂ ਨਹੀਂ ਕਰ ਹੂੰ ਸਕਦੀ? ਸੋ ਇੱਕ, ਉਹਨੂੰ ਆਪਾਂ ਜੇ ਪੋਜ਼ਿਟਿਵ ਲੈ ਕੇ ਚੱਲਾਂਗੇ ਤਾਂ ਆਪਾਂ ਨੂੰ ਇਹ ਹੋਊਗਾ ਕਿ ਇੱਕ ਤਰ੍ਹਾਂ ਚੈਲੰਜ ਹੈ, ਆਪਾਂ ਜਿਹਨੂੰ ਕਰਨਾ ਹੀ ਕਰਨਾ ਹੈ। ਹਾਂ ਹਾਂ ਤੇ ਹਾਂ ਜੇ ਤਾਂ ਆਪਾਂ ਇਹਨੂੰ ਨੈਗੇਟਿਵ ਲੈ ਲਿੱਤਾ, ਤਾਂ ਫਿਰ ਆਪਾਂ ਆਪਣਾ ਜਿਹੜਾ ਕੌਨਫੀਡੈਂਸ ਆ ਉਹਨੂੰ ਬਹੁਤ ਬਹੁਤ ਜ਼ਿਆਦਾ ਹੀ ਲੋ ਕਰ ਇਹ ਦੇਵਾਂਗੇ, ਬਹੁਤ ਬਹੁਤ ਜਿਹਦੇ ਸਿਆਣੀ ਗੱਲ ਕਰਕੇ ਬਹੁਤ ਪ੍ਰੋਬਲਮ ਕ੍ਰੀਏਟ ਕਰ ਹੈ। ਸਕਦੀ ਹੈ। ਅੱਛਾ, ਇਹ ਬਹੁਤ ਬਹੁਤ ਸਿਆਣੀ ਗੱਲ ਹੈ ਕਿ ਕਿਸੇ ਵੀ ਇੱਕ ਸਿਚੁਏਸ਼ਨ ਨੂੰ ਕਿੱਦਾਂ ਪੋਜ਼ਿਟਿਵ ਢੰਗ ਦੇ ਨਾਲ ਲੈਣਾ, ਐਂਡ ਹਾਂਜੀ, ਹਾਊ ਦੈਟ ਥਿੰਗ ਕੈਨ ਇਫੈਕਟ, ਜਾਂ ਕਹ ਲਓ ਕਿ ਉਸ ਚੀਜ਼ ਦਾ ਹਾਂਜੀ, ਇੰਪੈਕਟ ਕਿੱਦਾਂ ਪੈ ਸਕਦਾ ਅੱਜ ਦੀ ਪ੍ਰੈਪਰੇਸ਼ਨ ਤੇ। ਅੱਛਾ, ਹੁਣ ਮੈਨੂੰ ਹਾਂਜੀ। ਦੱਸੋ, ਸਭ ਤੋਂ ਮੁਸ਼ਕਿਲ ਕਿਹੜਾ ਤੁਹਾਨੂੰ ਮੋਡਿਊਲ ਲੱਗਦਾ ਸੀਗਾ, ਵਿਚ ਵਾਸ ਯੂਰ ਟਫੈਸਟ ਡਰਿਲ? ਇਟਸ ਆਲ ਅਬਾਊਟ ਰੀਡਿੰਗ। ਮਤਲਬ ਏਦਾਂ ਨਹੀਂ ਕਿ ਮੈਨੂੰ ਵੋਕੈਬਲਰੀ ਨਹੀਂ ਸੀ ਪਤਾ, ਮਤਲਬ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਨਾ, ਰੀਡਿੰਗ
ਆਪਾਂ ਇੱਕ ਡਰ ਬਣਾ ਚੁੱਕੇ ਹਾਂ ਆਲਰੇਡੀ ਉਹਨੂੰ ਕਿ ਨਹੀਂ ਹੋਣੀ ਯਾਰ, ਉਹ ਬਹੁਤ ਜ਼ਿਆਦਾ ਟਫ ਆ, ਪਰ ਇਟਸ ਇਹ ਰੀਅਲੀ ਬੱਚਿਆਂ ਦੇ ਟਫ। ਮਨ 'ਚ ਆਪਾਂ ਡਰ ਉਹਨੂੰ ਹੈ ਕਿਉਂ ਹੈ? ਇਹ ਬੱਚਿਆਂ ਦੇ ਮਨ ਵਿੱਚ ਮਤਲਬ ਇਹ ਸਹੀ ਗੱਲ ਹੈ, ਮੈਨੂੰ ਵੀ ਸਰ ਕਦੀ ਸਮਝ ਨਹੀਂ ਆਉਂਦਾ। ਆਪਾਂ ਨਾ ਜਦੋਂ ਆਪਣੇ ਫਰੈਂਡਸ ਨਾਲ ਗੱਲ ਕਰਦੇ ਹਾਂ, ਜੇ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੈਪੇਬਿਲਿਟੀ ਹਰ ਕਿਸੇ ਦੀ ਸੇਮ ਨਹੀਂ ਹੁੰਦੀ ਹੈਗੀ, ਹੂੰ। ਤੇ ਉਸ ਚੀਜ਼ ਨੂੰ ਦੇਖ ਕੇ ਚੱਲਣਾ ਚਾਹੀਦਾ ਆ ਕਿ ਜੇ ਉਸ ਚੀਜ਼ ਨੂੰ ਅਗਲੇ ਬੰਦੇ ਨੂੰ ਰੀਡਿੰਗ ਔਖੀ ਲੱਗ ਰਹੀ ਹੈ ਤਾਂ ਤੁਹਾਡੇ ਲਈ ਸ਼ਾਇਦ ਕੀ ਪਤਾ ਉਹ ਸੌਖੀ ਹੋਵੇ। ਸੌਖੀ ਹੋਵੇ, ਬਿਲਕੁਲ ਸਹੀ ਗੱਲ ਹੈ। ਹਾਂ, ਤੇ ਉਹ ਆਲਰੇਡੀ ਇੱਕ ਡਰ ਪੈ ਜਾਂਦਾ ਆ ਜਦੋਂ ਆਪਾਂ ਆਪਣੇ ਮੋਡਿਊਲਸ ਨੂੰ ਕਰਨਾ ਸਟਾਰਟ ਕੀਤਾ ਹੀ ਹੁੰਦਾ ਆ ਹਜੇ, ਵੀ ਨਹੀਂ ਰੀਡਿੰਗ ਔਖੀ ਹੁੰਦੀ ਆ ਤੇ ਆਪਾਂ ਨਹੀਂ ਕਰ ਸਕਦੇ ਉਹਨੂੰ। ਤੇ ਇੱਕ ਮੇਰੇ ਨਾਲ ਵੀ ਏਦਾਂ ਹੀ ਸੀ ਕਿ ਮੈਨੂੰ ਡਰ ਪੈ ਗਿਆ ਸੀ ਕਿ ਸੱਚੀ ਰੀਡਿੰਗ ਬਹੁਤ ਔਖੀ ਹੁੰਦੀ ਆ, ਵੀ ਮੇਰੇ ਕੋਲੋਂ ਨਹੀਂ ਹੋਣੀ। ਹੂੰ, ਤੇ ਮੈਂ ਬਹੁਤ ਕੀਤਾ ਹੈ ਹਾਰਡ ਵਰਕ ਰੀਡਿੰਗ ਦੇ ਵਿੱਚ ਸੀਰੀਅਸਲੀ, ਤੇ ਹੂੰ। ਥੈਂਕਸ ਟੂ ਯੂ ਸਰ, ਜਿਨੇ I ਸਾਡੇ ਨਾਲ still ਹਮੇਸ਼ਾ ਐਕਸਟਰਾ remember ਕਲਾਸਿਸ ਲਗਾਈਆਂ। I still remember ਬਹੁਤ ਸਾਰਾ ਦਿਨ we used to do ਨਹੀਂ ਸਰ ਅੱਜ ਰੀਡਿੰਗ ਹੀ ਕਰਾਂਗੇ, ਅੱਜ ਰੀਡਿੰਗ ਰੀਡਿੰਗ ਹੀ ਹੀ ਕਰਾਂਗੇ, ਕਰਨੀ ਆ, ਹੋਰ ਕੁਝ ਨਹੀਂ ਕਰਨਾ। ਹੋਰ ਕੁਝ ਨਹੀਂ ਕਰਨਾ। ਅੱਛਾ, ਰੀਡਿੰਗ ਨੂੰ ਇੰਪਰੂਵ ਕਰਨ ਲਈ ਤੁਸੀਂ ਆਪਣੇ ਤੇ ਲੈਵਲ ਤੇ ਕੁਝ ਕੀਤਾ ਹੋਵੇ, ਲੈਟਸ ਸੇ ਕੋਈ ਨਿਊਜ਼ਪੇਪਰ ਪੜ੍ਹੀ ਹੋਵੇ ਜਾਂ ਕੁਝ ਏਦਾਂ ਕੁਝ ਸ਼ੁਰੂ ਕੀਤਾ, ਬੁੱਕ ਵਗੈਰਾ ਰੀਡਿੰਗ, ਕਿ ਨਹੀਂ ਕੀਤਾ ਉਹਦੇ ਬਿਨਾਂ ਹੀ ਹੋਗੀ? ਨਹੀਂ, ਏਦਾਂ ਦਾ ਕੁਛ ਨਹੀਂ ਕੀਤਾ, ਪਰ ਇੱਕ ਚੀਜ਼ ਮੈਨੂੰ ਹਮੇਸ਼ਾ ਵਧੀਆ ਲੱਗਦੀ ਸੀ ਜਦੋਂ ਆਪਾਂ ਤੁਹਾਡੇ ਨਾਲ ਰੀਡਿੰਗ ਕਰਨੀ, ਤਾਂ ਹੂੰ। ਪਹਿਲਾਂ ਹਮੇਸ਼ਾ ਔਖੀ ਲੱਗਦੀ ਸੀ ਜਦੋਂ ਆਪਣੇ ਟਾਈਮ ਤੇ ਸੋਲਵ ਕਰਨੀ, ਜਦੋਂ ਤੁਹਾਡੇ ਨਾਲ ਕਰਨੀ ਤਾਂ ਏਦਾਂ ਲੱਗਣਾ ਇੰਨੀ ਸੌਖੀ ਰੀਡਿੰਗ, ਮਤਲਬ ਅਸੀਂ ਇਹ ਨਹੀਂ ਹਾਂ, ਕਰ ਪਾ ਰਹੇ ਸੀ। ਮੈਨੂੰ ਪਤਾ ਨਹੀਂ ਯਾਦ ਹੈ, ਤੁਹਾਡੀ ਮੈਨੂੰ ਟੀਚਿੰਗ ਯਾਦ ਸਕਿੱਲਸ ਹੈ। ਕਿੱਦਾਂ ਦੇ ਆ, I ਤੇ ਉਹ remember those ਹਮੇਸ਼ਾ days. ਏਦਾਂ ਹੀ ਲੱਗਦੇ। ਹਾਂ, ਅੱਛਾ, ਹਮ, ਨਹੀਂ ਇਹ ਸਹੀ ਗੱਲ ਹੈ, ਇਹ ਸਹੀ ਗੱਲ ਹੈ। ਮੈਨੂੰ ਯਾਦ ਹੈ ਜਦੋਂ ਵੀ ਤੁਸੀਂ ਸਾਰੇ ਜਾਣੇ ਯੂ ਆਲ ਬੰਚ ਆਫ ਸਟੂਡੈਂਟਸ ਯੂਜ਼ਡ ਟੂ ਕਮ ਐਂਡ ਸੇ ਕਿ ਸਰ ਹਾਂਜੀ, ਰੀਡਿੰਗ ਮਰਵਾ ਦੂਗੀ, ਰੀਡਿੰਗ ਬਚਾ ਦਿਓ, ਰੀਡਿੰਗ। ਬਾਕੀ ਅਸੀਂ ਕਰ ਲਾਂਗੇ। ਐਂਡ ਮੈਂ ਉਹੀ ਕਹਿਣਾ, ਹਾਂਜੀ ਮੈਂ ਕਿ ਹਾਂਜੀ ਯਾਰ ਇੰਨਾ ਐਡਾ ਵੈਸੇ ਹੈ ਨਹੀਂ ਡਰ ਜਿੱਦਾਂ ਬਣਾਇਆ ਹੋਇਆ, ਬਟ ਬਹੁਤ ਵਧੀਆ ਹਾਂਜੀ ਯੂ ਹੈਵ ਹਾਂਜੀ ਅਕੰਪਲਿਸ਼ਡ ਇਟ, ਐਂਡ ਇਵਨ ਤੁਹਾਡੇ ਬਾਕੀ ਫਰੈਂਡਸ ਨੇ ਵੀ ਕਰ ਲਿਆ। ਅੱਛਾ, ਹੁਣ ਮੈਨੂੰ ਦੱਸੋ, ਹਾਂਜੀ what was your approach towards writing? ਰਾਈਟਿੰਗ ਦਾ ਕੁਐਸਚਨ ਸਮਝਣਾ ਕਿੰਨਾ ਇੰਪੋਰਟੈਂਟ ਹੈ? ਪਲੀਜ਼ ਇਹਦੇ ਬਾਰੇ ਥੋੜਾ ਚਾਨਣਾ ਪਾਓ ਸਰ, ਬਿਕੋਜ਼ ਇਹ ਸਭ ਤੋਂ ਇੰਪੋਰਟੈਂਟ ਆ ਐਂਡ ਇਹਨੂੰ ਮੇਰੀ ਕੁਐਸਚਨ ਜਾਣ ਕੇ ਹਮੇਸ਼ਾ। ਪੁੱਛਿਆ, ਇਹਨੂੰ ਕੁਐਸਚਨ ਜਾਣ ਕੇ ਪੁੱਛਿਆ, ਆਈ ਨੋ ਵਾਈ ਆਮ ਆਸਕਿੰਗ ਦਿਸ। ਹਾਂਜੀ, ਦੱਸੋ ਹੁਣ। ਹਾਂਜੀ, ਰਾਈਟਿੰਗ ਦੇ ਵਿੱਚ ਮੈਂ ਹਮੇਸ਼ਾ ਗ੍ਰਾਮੈਟਿਕਲੀ ਵੀ ਸਹੀ ਹੁੰਦੀ ਸੀ, ਹੂੰ, ਟੈਂਸ ਫਾਰਮੇਸ਼ਨ ਤੋਂ ਵੀ ਸਹੀ ਹੁੰਦੀ ਸੀ, ਮਤਲਬ ਕੋਈ ਹੂੰ, ਪ੍ਰੋਬਲਮ ਨਹੀਂ ਸੀ। ਸਿਰਫ ਇੱਕ ਹੂੰ, ਪ੍ਰੋਬਲਮ ਕਿ ਅੰਡਰਸਟੈਂਡਿੰਗ ਕੁਐਸਚਨ ਦੀ। ਮੈਂ ਹਮੇਸ਼ਾ ਹੂੰ, ਅੰਡਰਸਟੈਂਡ ਕੁਐਸਚਨ ਉਦਾਂ ਕਰਦੀ ਸੀ ਜਿੱਦਾਂ ਮੈਨੂੰ ਸਮਝ ਆ ਰਿਹਾ ਸੀ, ਮਤਲਬ ਹਾਂ, ਕੁਐਸਚਨ ਉਹੀ ਹੈ ਜੋ ਮੈਨੂੰ ਸਮਝ ਆ ਗਿਆ, ਹਾਂ, ਹੋਰ ਉਹਨਾਂ ਨੇ ਕੁਝ ਨਹੀਂ ਪੁੱਛਿਆ। ਮਤਲਬ ਇਸ ਚੀਜ਼ ਐਗਜ਼ਾਮੀਨਰ ਦਾ ਕਰਕੇ ਮੈਂ ਪਰਸਪੈਕਟਿਵ ਬਹੁਤ ਸੋਚਣਾ ਨਹੀਂ। ਹਾਂ। ਹਾਂ, ਏਦਾਂ ਹੁੰਦਾ ਸੀ, ਜਿਹਦੇ ਕਰਕੇ ਸਰ ਰਾਈਟਿੰਗ ਸੀਰੀਅਸਲੀ ਬਹੁਤ ਈਜ਼ੀ ਆ, ਬਹੁਤ ਹੀ ਜ਼ਿਆਦਾ ਈਜ਼ੀ ਆ। ਤੇ ਇੱਕ ਮੇਨ ਚੀਜ਼ ਇਹਦੇ ਵਿੱਚ ਇਹ ਆ ਕਿ ਆਪਾਂ ਨੂੰ ਇਹਦੇ ਵਿੱਚ ਇੰਨੀ ਵੋਕੈਬ ਜਾਂ ਕ੍ਰੈਮਿੰਗ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿ ਆਪਾਂ ਸਟਾਰਟਿੰਗ ਤੇ ਇੱਕ ਚੀਜ਼ ਰੱਖਣੀ ਆ ਕੋਈ ਪੈਰਾਗ੍ਰਾਫ ਨੂੰ ਸਟਾਰਟ ਕਰਨ ਦੇ ਲਈ। ਤੇ ਇਹ ਚੀਜ਼ ਆਪਾਂ ਹਮੇਸ਼ਾ ਤੁਹਾਡੇ ਤੋਂ ਸਿੱਖੀ ਆ ਕਿ ਕੋਈ ਵੀ ਚੀਜ਼ ਨੂੰ ਸਟਾਰਟ ਕਰਨ ਲਈ ਕੋਈ ਚੀਜ਼ ਨੂੰ ਸਪੈਸੀਫਿਕ ਵਰਡਸ ਦੇ ਨਾਲ ਨਾ ਲਿਖੋ, ਹਮੇਸ਼ਾ ਹੂੰ, ਆਪਣੀ ਅਲੱਗ ਚੀਜ਼ਾਂ ਨੂੰ ਯੂਜ਼ ਕਰੋ, ਅਲੱਗ ਵਰਡਸ ਨੂੰ ਯੂਜ਼ ਕਰੋ। ਐਂਡ ਤੇ ਮਾਈਂਡ ਇਹ ਯੂ, ਪ੍ਰੋਬਲਮ ਮੈਂ ਕਾਫੀ ਮੈਨੂੰ ਇਹ ਆਉਂਦੀ ਸੀ। ਸਾਰਿਆਂ ਨੂੰ ਦੱਸਣਾ ਚਾਹੁੰਦਾ that she has got 6.5 in writing without even single template। ਕਦੀ ਇਸ ਬੱਚੇ ਨੇ ਟੈਂਪਲੇਟ ਨਹੀਂ ਫੋਲੋ ਕੀਤਾ, ਕਦੀ ਕੋਈ ਕ੍ਰੈਮਿੰਗ ਨਹੀਂ ਕੀਤੀ, ਐਂਡ ਬਹੁਤ ਹੀ ਇਹਦਾ ਜਦੋਂ ਯੂ ਰੀਡ ਇਟ, ਤੁਸੀਂ ਇਹਦਾ ਪੜੋਗੇ, ਜਦੋਂ ਐਸੇ ਪੜੋਗੇ, ਯੂ ਵਿਲ ਫੀਲ ਕਿ ਇਟ ਇਜ਼ ਫੁੱਲ ਆਫ ਆਰਗੈਨਿਕ ਥਿੰਗਸ। ਠੀਕ ਹੈ, ਆਰਗੈਨਿਕ ਹੈ, ਇਹਨੇ ਖੁਦ ਆਪਣੇ ਐਕਸਪੀਰੀਅੰਸ ਵਿੱਚ ਲਿਖਿਆ ਹੁੰਦਾ ਸੀ, ਐਂਡ ਦੈਟ ਵਾਸ ਦ ਬੈਸਟ ਪਾਰਟ। ਮੈਨੂੰ ਉਹ ਕਾਫੀ ਚੰਗਾ ਲੱਗਦਾ ਹਾਂਜੀ, ਹੁੰਦਾ ਸੀਗਾ। ਹੂੰ, ਤੇ ਫਿਰ ਆਫਟਰ ਉਸ ਤੋਂ ਬਾਅਦ ਮੈਂ ਮੈਮ ਦੇ ਨਾਲ ਡਿਸਕਸ ਕਰਨਾ ਕਿ ਮੈਮ ਕਿੱਥੇ ਪ੍ਰੋਬਲਮ ਆਉਂਦੀ ਆ ਮੈਨੂੰ, ਮਤਲਬ ਕਿ ਮੈਨੂੰ ਸਮਝ ਨਹੀਂ ਆ ਰਿਹਾ। ਤਾਂ ਫਿਰ ਹੂੰ। ਮੈਮ ਨੇ ਕਿਹਾ ਕਿ ਅੰਡਰਸਟੈਂਡਿੰਗ ਦੀ ਪ੍ਰੋਬਲਮ ਆ, ਫਿਰ ਮੈਂ ਉਸ ਚੀਜ਼ ਤੇ ਜ਼ਿਆਦਾ ਫੋਕਸ ਕੀਤਾ। ਮੈਨੂੰ ਯਾਦ ਹੈ, ਤੇ ਯੂ ਬੋਥ ਵਰ ਤੁਸੀਂ ਗੱਲ ਕਰਦੇ ਹੁੰਦੇ ਸੀਗੇ ਕਿ ਐਗਜ਼ਾਮੀਨਰ ਦੇ ਪਰਸਪੈਕਟਿਵ ਤੋਂ ਲਿਖੋ। ਇਹ ਨਾ ਹਾਂਜੀ ਸੋਚੋ ਕਿ ਹਾਂਜੀ ਤੁਹਾਡਾ ਆਪਣਾ ਮਨ ਕੀ ਕਹਿੰਦਾ ਹੈ, ਜਸਟ ਥਿੰਕ ਅਬਾਊਟ ਕਿ ਐਗਜ਼ਾਮੀਨਰ ਦਾ ਦਿਮਾਗ ਹਾਂਜੀ ਕਿਸ ਲੈਵਲ ਤੇ ਹੋਏਗਾ, ਐਂਡ ਉਹ ਬੰਦਾ ਜਿਹੜਾ ਹੀ ਇਜ਼ ਇਨ ਮਿਡ 50s, ਉਹ ਇਸ ਬਾਰੇ ਕੀ ਸੋਚੇਗਾ। ਹਾਂ, ਸੋ ਆਈ ਹਾਂਜੀ ਰਿਮੈਂਬਰ ਹਾਂਜੀ ਆਲ ਦੋਸ ਡੇਜ਼। ਅੱਛਾ, ਹਾਂਜੀ ਫਿਰ ਉਸ ਤੋਂ ਬਾਅਦ ਹਾਂ, ਅੱਗੇ ਜਸਟ ਯੂ ਕੈਨ ਕੰਟੀਨਿਊ, ਆਈ ਹੈਵ ਅਦਰ ਕਾਫੀ ਇੰਟਰਸਟ ਪਿਆ। ਥਿੰਗ। ਕਾਫੀ ਇੰਟਰਸਟ ਪੈਣ ਕਰਕੇ ਮੈਨੂੰ ਸੀਗਾ ਕਿ ਨਹੀਂ, ਮੈਂ ਸਿਰਫ ਰਾਈਟਿੰਗ ਦਾ ਹੋਮਵਰਕ ਕਰ ਲੈ ਕੇ ਜਾਣਾ, ਤੇ ਉਹਦੇ ਨਾਲ ਮੇਰੀ ਅੰਡਰਸਟੈਂਡਿੰਗ ਕੁਐਸਚਨ ਨੂੰ ਬਹੁਤ ਹਾਂ, ਇੱਕ ਲਾਸਟ। ਮੇਨ ਚੀਜ਼ ਮੈਮ ਨੇ ਮੈਨੂੰ ਦੱਸੀ ਸੀ ਕਿ ਕੁਐਸਚਨ ਨੂੰ ਆਨਸਰ ਕਰੋ ਵਟ, ਵਾਈ, ਵੇਅਰ ਔਰ ਵੈਨ, ਜਿਹਦੇ ਕਰਕੇ ਮੈਨੂੰ ਇੰਨਾ ਈਜ਼ੀ ਲੱਗਾ ਕੁਐਸਚਨ ਨੂੰ ਸਮਝਣਾ ਕਿ ਮੈਨੂੰ ਪਤਾ ਹੈ ਹੁਣ ਕੀ ਮੈਂ ਲਿਖਣਾ ਉਹਦੇ ਵਿੱਚ, ਤੇ ਉਹਨਾਂ ਨੇ ਕੁਐਸਚਨ ਚ ਵੀ ਕਿਉਂ ਪੁੱਛਿਆ। ਇਹ ਚੀਜ਼ ਕਾਫੀ ਇਫੈਕਟ ਕੀਤੀ ਸੀ। Hats off, that's very good।
ਐਂਡ ਈਵਨ ਜਿਹੜੀ ਬੈਸਟ ਪਾਰਟ ਕੀ ਸੀਗਾ ਕਿ ਲਾਸਟ ਦਿਨ ਮਤਲਬ ਜਦੋਂ ਹਫਤਾ ਹੁੰਦਾ ਨਾ ਪੇਪਰ ਦਾ ਤੇ ਬੱਚੇ ਨਾ ਰੀਡਿੰਗਸ ਲੈ ਕੇ ਜਾਂਦੇ ਆ, ਲਿਸਨਿੰਗਸ ਲੈ ਕੇ ਜਾਂਦੇ ਆ, ਪਰ ਰਾਈਟਿੰਗ ਵੱਲ ਕੋਈ ਧਿਆਨ ਨਹੀਂ ਦਿੰਦਾ। ਸ਼ੀ ਵਾਸ ਦਾ ਓਨਲੀ ਗਰਲ ਇਨ ਦਾ ਕਲਾਸ ਜਿਨ੍ਹਾਂ ਨੇ ਆਉਣਾ ਐਂਡ ਕਹਿਣਾ ਸਰ ਮੈਨੂੰ ਨਾ ਰਾਈਟਿੰਗ ਦਾ ਹੋਮਵਰਕ ਅਗਰ ਮਿਲ ਜੇ ਦੈਟ ਵੁੱਡ ਬੀ ਬੈਟਰ, ਰੀਡਿੰਗ ਦਾ ਮੈਂ ਨਹੀਂ ਲੈ ਕੇ ਜਾਣਾ, ਨਾ ਮੈਂ ਰੀਡਿੰਗ ਦਾ ਲੈ ਕੇ ਜਾਣਾ, ਨਾ ਮੈਂ ਲਿਸਨਿੰਗ ਦਾ ਲੈ ਕੇ ਜਾਣਾ, ਸਪੀਕਿੰਗ ਕੋਈ ਚੱਕਰ ਨਹੀਂ ਹੋ ਜਾਏਗਾ, ਬਟ ਰਾਈਟਿੰਗ ਮੈਨੂੰ ਮਿਲਣੀ ਚਾਹੀਦੀ ਹੈ। ਹਾਂਜੀ ਸੋ ਹਾਂਜੀ ਸ਼ੀ ਵਾਸ enjoying it the way it is written। ਅੱਛਾ ਹੁਣ ਆ ਜਾਓ ਲਿਸਨਿੰਗ ਬਾਰੇ, ਲੈਟਸ ਟਾਕ ਅਬਾਊਟ ਲਿਸਨਿੰਗ ਚ ਯੂ ਸਕੋਰਡ 8 ਹਾਂਜੀ ਹਨਾ, ਐਂਡ ਹਾਂਜੀ ਕੋਈ ਏਦਾਂ ਦੀ ਟ੍ਰਿਕ ਤੁਸੀਂ ਫੋਲੋ ਕੀਤੀ ਹੋਵੇ ਕਿ ਤੁਹਾਨੂੰ ਲੱਗਦਾ ਹੋਵੇ ਜਿਵੇਂ ਕਈ ਬੱਚੇ ਕਰਦੇ ਕੀ ਹੁੰਦੇ ਆ, ਦੇ ਯੂਜ਼ ਟੂ ਉਹਨਾਂ ਨੂੰ ਸਪੀਡ ਤੇਜ਼ ਕਰ ਦਿੰਦੇ ਨੇ, ਦੇ ਜਸਟ ਹਾਂਜੀ ਇਨਕਰੀਜ਼ ਸਪੀਡ, ਕੁਛ ਏਦਾਂ ਦਾ ਕੀਤਾ ਫॉर ਹਾਂਜੀ ਲਿਸਨਿੰਗ ਪਾਰਟ? ਨਹੀਂ ਸਰ, ਮੈਂ ਏਦਾਂ ਨਹੀਂ ਸੀ ਕੀਤਾ। ਲਿਸਨਿੰਗ ਤਾਂ ਮੈਨੂੰ ਸਟਾਰਟਿੰਗ ਤੋਂ ਹੀ ਉਹਦੇ ਵਿੱਚ ਬਹੁਤ ਇੰਟਰਸਟ ਹੁੰਦਾ ਸੀ, ਪਰ ਇੱਕ MCQs ਹੁੰਦੇ ਸੀਗੇ ਜਿਹਦੇ ਕਰਕੇ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ ਤੇ ਜਿਹਦੇ ਕਰਕੇ ਮੇਰੇ 23 24 ਤੱਕ ਵੀ ਰਹੇ ਹੋਏ ਆ। ਤੇ ਫਿਰ ਇੱਕ ਟਾਈਮ ਤੇ ਸਟਾਫ ਟੀਚਰ ਸੀਗੇ ਹਰਜੋਤ ਮੈਮ, ਉਹਨਾਂ ਨੇ ਮੈਨੂੰ ਕਾਫੀ ਇਨਕਰੇਜ ਕੀਤਾ ਸੀਗਾ ਇੱਕ ਵਾਰੀ, ਤੇ ਇੱਕ ਟ੍ਰਿਕ ਜੀ ਦੱਸੀ ਸੀ ਕਿ ਕੁਐਸਚਨ ਦੇ ਵਿੱਚ ਉਹਨਾਂ ਨੇ ਜਿਹੜੀ ਰਿਕਾਰਡਿੰਗ ਚੱਲਦੀ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਚਾਰੋਂ ਆਪਸ਼ਨਸ ਬੋਲਣੀਆਂ ਹੀ ਬੋਲਣੀਆਂ ਆ, ਤੇ ਤੁਸੀਂ ਹਮੇਸ਼ਾ ਇਹ ਧਿਆਨ ਰੱਖੋ ਕਿ ਕੁਐਸਚਨ ਕਿਹੜੀ ਟੈਂਸ ਦੇ ਵਿੱਚ ਆ ਤੇ ਕੀ ਡਿਮਾਂਡ ਕਰਦਾ ਪਿਆ ਆ, ਤੇ ਜਿਹਦੇ ਕਰਕੇ ਕਾਫੀ ਈਜ਼ੀ ਹੋਇਆ ਮੇਰੇ ਲਈ। ਜਿੱਦਾਂ ਕਿ ਕੋਈ ਪਾਸਟ ਵਿੱਚ ਹੈ ਜਾਂ ਕੋਈ ਪ੍ਰੈਜ਼ੈਂਟ ਦੇ ਵਿੱਚ ਜਾਂ ਫਿਊਚਰ 'ਚ ਗੱਲ ਹੋ ਰਹੀ ਹੈ, ਤਾਂ ਉਹਦੇ ਨਾਲ ਮੈਂ ਹਮੇਸ਼ਾ ਐਲੀਮੀਨੇਸ਼ਨ ਮੈਥਡ ਯੂਜ਼ ਕੀਤਾ ਹੈ ਕਿ ਜਿਹੜੀ ਚੀਜ਼ ਉਹਨਾਂ ਨੇ ਪਾਸਟ ਵਿੱਚ ਬੋਲਤੀ ਤੇ ਉਹਨਾਂ ਨੇ ਕੁਐਸਚਨ ਦੇ ਵਿੱਚ ਜੇ ਫਿਊਚਰ ਬਾਰੇ ਗੱਲ ਕੀਤੀ ਤਾਂ ਉਹ ਫਿਊਚਰ ਦੀ ਤੋਂ ਪਾਸਟ ਵਾਲੀ ਚੀਜ਼ ਜਿਹੜੀ ਹੈ ਐਲੀਮੀਨੇਟ ਹੋ ਗਈ। ਤਾਂ ਇਹ ਇਹ ਚੀਜ਼ ਸਹੀ ਦੇ ਹੈ। ਨਾਲ ਮੇਰੀ ਕਾਫੀ ਸਕੋਰਿੰਗ ਹੋਈ। ਐਂਡ ਅਗਰ ਹਰਜੋਤ ਸੁਣ ਰਹੀ ਹੈ ਬੱਚਾ, ਕੰਗ੍ਰੈਚੁਲੇਸ਼ਨਸ, ਤੁਹਾਡੇ ਬੱਚਿਆਂ ਨੇ ਦੇਖੋ ਤੁਹਾਡੇ ਮੈਥਡਸ ਫੋਲੋ ਕਰਕੇ she had scored so much good marks in listening, that's ਹਾਂਜੀ very good। ਹਾਂਜੀ ਅੱਛਾ ਹੁਣ ਬਚ ਗਿਆ ਸਪੀਕਿੰਗ ਕਿੱਦਾਂ ਸੀਗੀ, ਹਾਊ ਵਾਸ ਦ ਹਾਂਜੀ ਸਪੀਕਿੰਗ ਪਾਰਟ? ਸਪੀਕਿੰਗ 'ਚ ਮੈਨੂੰ ਕਦੇ ਵੀ ਡਰ ਨਹੀਂ ਲੱਗਿਆ। ਮਤਲਬ ਸਪੀਕਿੰਗ ਏਦਾਂ ਸੀ, ਜਦੋਂ ਮੈਂ +2 ਦੇ ਵਿੱਚ ਸੀਗੀ ਤਾਂ ਮੇਰੇ ਫੈਲੋ ਫਰੈਂਡਸ ਨੇ ਜਦੋਂ ਵੀ ਇੰਗਲਿਸ਼ 'ਚ ਗੱਲ ਕਰਨੀ, ਮੈਨੂੰ ਹੁੰਦਾ ਸੀ ਕੀ ਹੈ ਯਾਰ, ਕਿ ਇੰਗਲਿਸ਼ ਨੂੰ ਇੰਨੀ ਇੰਪੋਰਟੈਂਸ ਕਿਉਂ ਦੇ ਰਹੇ ਆ। ਤੇ ਜਦੋਂ ਮੈਂ ਆਇਲਸ ਜੁਆਇਨ ਕੀਤੀ ਮੈਨੂੰ ਲੱਗਾ ਕਿ ਹਾਂ ਯਾਰ, ਇੰਗਲਿਸ਼ ਤੋਂ ਬਿਨਾਂ ਤਾਂ ਕੁਛ ਨਹੀਂ ਹੈ, ਜੋ ਵੀ ਹੈ ਸਹੀ ਗੱਲ। ਇੰਗਲਿਸ਼ ਹੀ ਹੈ। ਫਿਰ ਮੈਂ ਧਿਆਨ ਦਿੱਤਾ ਸਪੀਕਿੰਗ ਤੇ। ਮੈਂ ਹਮੇਸ਼ਾ ਘਰ ਆ ਕੇ ਵੀ ਆਪਣੀ ਸਿਸਟਰ ਦੇ ਨਾਲ ਤਾਂ ਜਾਂ ਆਪਣੀ ਮਦਰ ਦੇ ਨਾਲ ਗੱਲ ਕਰਦੀ ਹੁੰਦੀ ਸੀ ਇੰਗਲਿਸ਼ ਦੇ ਵਿੱਚ, ਜਿਹਦੇ ਕਰਕੇ ਮੈਨੂੰ ਕਾਫੀ ਇੰਪਰੂਵਮੈਂਟ ਹੋਈ ਤੇ ਇਨਹਾਂਸਮੈਂਟ ਵੀ ਬਹੁਤ ਹੋਈ ਸੀ। ਤੇ ਆਫਟਰ ਦੈਟ ਮੇਰੀ ਸਪੀਕਿੰਗ ਵੀ ਕਾਫੀ ਵਧੀਆ ਹੋਈ ਸੀਗੀ, ਪਰ ਵਧੀਆ ਸੀ ਮੇਰਾ ਐਕਸਪੀਰੀਅੰਸ ਸਪੀਕਿੰਗ ਨੂੰ ਲੈ ਕੇ। ਮੈਨੂੰ ਕਦੀ ਡਰ ਨਹੀਂ ਲੱਗਿਆ, ਮੈਂ ਕਦੀ ਵੀ ਕ੍ਰੈਮਿੰਗ ਨਹੀਂ ਕੀਤੀ ਕਿਊ ਕਾਰਡਸ ਦੀ, ਕਦੀ ਵੀ ਨਹੀਂ। ਕਦੀ ਮੈਨੂੰ ਵੀ ਨਹੀਂ। ਹਮੇਸ਼ਾ ਤੁਸੀਂ ਇਹੀ ਸਿਖਾਇਆ ਕਿ ਕਿਊ ਕਾਰਡ ਨੂੰ ਆਪਣੇ ਲੈਵਲ ਤੇ ਆਪਣੀ ਲਾਈਫ ਦੇ ਨਾਲ ਜੋੜ ਕੇ ਦੇਖੋ। ਸੋ ਇਹ ਚੀਜ਼ ਬਹੁਤ ਇਫੈਕਟ ਕੀਤੀ, ਜਿਹਦੇ ਕਰਕੇ ਮੈਨੂੰ ਪਤਾ ਹੁੰਦਾ ਸੀ ਕਿ ਕੋਈ ਵੀ ਕਿਊ ਕਾਰਡ ਆ ਗਿਆ ਆ, ਕੋਈ ਵੀ ਆ ਗਿਆ, ਮੈਂ ਬਹੁਤ ਆਰਾਮ ਨਾਲ ਬੋਲ ਸਕਦੀ ਹਾਂ। ਲਵਲੀ ਬਹੁਤ ਵਧੀਆ ਬਹੁਤ ਵਧੀਆ। ਹਾਂਜੀ ਇਹ ਹੈ this is what IELTS is all about। IELTS is ਹਾਂਜੀ basically ਹਾਂਜੀ ਦੇਖਿਆ ਜਾਵੇ ਤੇ ਕੋਈ ਰੱਟਾ ਨਹੀਂ ਹੈ, ਇਹ ਕੋਈ ਐਸਾ ਪੇਪਰ ਨਹੀਂ ਜਿਹਦੇ ਵਿੱਚ ਤੁਸੀਂ ਕ੍ਰੈਮਿੰਗ ਕਰਕੇ ਬੈਂਡ ਲੈ ਲਓਗੇ। ਹਾਂ ਠੀਕ ਹੈ, ਹਾਂਜੀ ਕ੍ਰੈਮਿੰਗ ਕਰਕੇ 6 ਬੈਂਡ ਲਏ ਜਾ ਸਕਦੇ ਆ, ਬਟ ਅਗਰ 6.5 7 ਬੈਂਡ ਲੈਣੇ ਆ ਤੇ ਕ੍ਰੈਮਿੰਗ ਨਹੀਂ ਹੋਣੀ। ਯੂ ਆਰ ਸਪੋਜ਼ ਟੂ ਬਰੀਥ ਇਟ ਹਾਂਜੀ ਹਾਂਜੀ every day, you are supposed ਹਾਂਜੀ to learn from it। ਅੱਛਾ, any suggestion that you want to give to the other aspirants? ਮਤਲਬ ਹੁਣ ਦੇਖੋ IELTS ਤਾਂ ਹੋ ਗਈ ਹੈ, now you're feeling the ਹਾਂਜੀ flowers and the sky all around। ਹਾਂਜੀ ਹਾਂਜੀ ਥੋੜਾ ਜਿਹਾ ਚੰਗਾ ਹਾਂਜੀ ਲੱਗ ਰਿਹਾ, you're loving it, but end of the day ਹੁਣ ਆਪਣੇ ਜਿਹੜੇ ਬਾਕੀ ਵਿਚਾਰੇ ਭੈਣ ਭਰਾ ਨੇ ਜਿਹੜੇ ਪੰਜਾਬ ਦੇ ਕਰ ਰਹੇ ਨੇ, ਕੋਈ ਉਹਨਾਂ ਨੂੰ ਸੁਜੈਸ਼ਨ ਅਗਰ ਦੇਣਾ ਚਾਹੋਗੇ from your journey of IELTS ਕੋਈ? ਸਜੈਸ਼ਨ ਸਰ ਇੱਕੋ ਹੀ ਆ, ਜਿੱਦਾਂ ਕਿ ਐਜ਼ ਆਈ ਮੈਂਸ਼ਨਡ ਅਰਲੀਅਰ ਕਿ ਇੱਕ ਮਾਈਂਡਸੈਟ ਦੀ ਗੇਮ ਹੈ ਸਾਰੀ। ਮਾਈਂਡਸੈਟ ਹੈਗਾ ਤਾਂ ਬਹੁਤ ਆਰਾਮ ਨਾਲ ਜਿਹੜੀ ਆ ਆਪਣੀ ਆਈਲਟਸ ਕਲੀਅਰ ਹੋ ਜਾਣੀ ਆ ਤੇ ਆਪਾਂ ਆਪਣੀ ਡ੍ਰੀਮ ਚੀਜ਼ਾਂ ਨੂੰ ਸਭ ਕੁਝ ਅਚੀਵ ਕਰ ਸਕਦੇ ਹਾਂ ਬਹੁਤ ਈਜ਼ੀਲੀ, ਜੋ ਵੀ ਆਪਣੀ ਡ੍ਰੀਮਸ ਹੋਣ। ਪਰ ਜੇ ਆਪਣਾ ਮਾਈਂਡਸੈਟ ਜਾਂ ਆਪਾਂ ਕ੍ਰੈਮਿੰਗ ਵੱਲ ਜ਼ਿਆਦਾ ਜਾ ਰਹੇ ਹਾਂ ਜਾਂ ਟੈਂਪਲੇਟਸ ਨੂੰ ਜ਼ਿਆਦਾ ਫੋਲੋ ਕਰ ਰਹੇ ਹਾਂ, ਤਾਂ ਆਪਣੇ ਓਵਰਆਲ 6 ਤੋਂ ਜ਼ਿਆਦਾ ਕੁਝ ਨਹੀਂ ਰਹੂਗੇ, ਕਿਉਂਕਿ ਉਹ ਆਪਣੀ ਕੈਪੇਬਿਲਿਟੀ ਨਹੀਂ ਹੈਗੀ। ਆਪਾਂ ਸਿਰਫ ਟੈਂਪਲੇਟਸ ਦੇ ਬੇਸ ਤੇ ਜਿਹੜੇ ਆ ਆਪਣੇ ਸਕੋਰ ਕਰ ਪਾਵਾਂਗੇ, ਬਸ ਉਸ ਤੇ। ਕੈਪੇਬਿਲਿਟੀ ਆਪਣੀ ਉਦੋਂ ਆ ਜਦੋਂ ਆਪਾਂ ਕੁਝ ਆਪਣਾ ਨੈਚੁਰਲ ਲਿਖਾਂਗੇ ਜਾਂ ਬਿਨਾਂ ਕ੍ਰੈਮਿੰਗ ਜਾਂ ਜੋ ਵੀ ਇਸ ਚੀਜ਼ਾਂ ਤੋਂ ਬਿਨਾਂ, ਜਾਂ ਮਾਈਂਡਸੈਟ ਪੋਜ਼ਿਟਿਵ ਰੱਖ ਕੇ ਇੱਕ ਡਾਇਰੈਕਸ਼ਨ ਉਸ ਟਾਈਮ ਸਿਰਫ ਆਈਲਟਸ ਨੂੰ ਦੇ ਕੇ ਟਾਈਮ ਕਰਾਂਗੇ ਤਾਂ ਕਾਫੀ ਬੈਟਰ ਰਹੂਗਾ।
ਅੱਛਾ ਇੱਕ ਜਸਟ ਇੱਕ ਥੋੜਾ ਹੋਰ ਇਨਲਾਈਟਨ ਕਰੋ। ਕਈ ਵਾਰੀ ਕਰਦੇ ਕੀ ਹੈ ਬੱਚੇ ਜਿਨ੍ਹਾਂ ਦੇ ਨਹੀਂ ਬੈਂਡ ਸਕੋਰ ਹੁੰਦੇ ਉਹ ਨਾ ਹਿੰਮਤ ਛੱਡ ਕੇ ਬਹਿ ਜਾਂਦੇ ਆ। ਦੇ ਜਸਟ ਫੀਲ ਲਾਈਕ ਕਿ ਹਾਂਜੀ ਯਾਰ ਨਹੀਂ ਹੁਣ ਨਹੀਂ ਮੇਰੇ ਤੋਂ ਹੋਣੀ ਹੈਗੀ, ਮੈਂ ਇਦਾਂ ਕਰਦਾ ਮੈਂ ਪੀਟੀ ਕਰ ਲੈਂਦਾ, ਮੈਂ ਟੋਫਲ ਕਰ ਲੈਂਦਾ। ਸੋ ਕੁਝ ਇਦਾਂ ਨਹੀਂ ਦਾ ਇਹ ਸੁਜੈਸ਼ਨ ਕੁਝ ਕਹਿਣਾ ਚਾਹੋਗੇ ਇਸ ਬਾਰੇ, ਬਿਕੋਜ਼ ਦਿਸ ਨਹੀਂ ਇਜ਼ ਵੈਰੀ ਸਰ ਇੰਪੋਰਟੈਂਟ। ਇਹ ਚੀਜ਼ ਹਾਂਜੀ ਇਹ ਚੀਜ਼ ਸਰ ਬਹੁਤ ਨੈਗੇਟਿਵ ਆ। ਜੇ ਆਪਾਂ ਇੱਕ ਆਪਣਾ ਜਿਹੜਾ ਕੌਨਫੀਡੈਂਸ ਲੂਜ਼ ਕਰਕੇ ਬੈਠ ਜਾਵਾਂਗੇ ਕਿ ਨਹੀਂ ਆਪਾਂ ਕੋਲ ਨਹੀਂ ਹੋਈ ਤੇ ਮਤਲਬ ਕਿ ਕੁਝ ਡਿਪਰੈਸਡ ਜਾਂ ਐਂਜ਼ਾਈਟੀ ਐਂਡ ਆਲ ਵਗੈਰਾ ਇਦਾਂ ਕੁਝ ਹੋਣਾ। ਮੇਰੇ ਨਾਲ ਵੀ ਇਦਾਂ ਹੋਇਆ ਸੀ। ਮੈਨੂੰ ਵੀਕ ਲੱਗਾ ਸੀਗਾ ਇੱਕ ਕਿ ਮੈਂ ਆਪਣੇ ਆਪ ਨੂੰ ਸਮਝਾਇਆ ਬਹੁਤ ਕਿ ਮੈਂ ਨਹੀਂ ਕਰਨਾ, ਮਤਲਬ ਹੁਣ ਮੈਂ ਨਹੀਂ ਕਰਨੀ, ਮੈਂ ਕੁਝ ਹੋਰ ਜੁਆਇਨ ਕਰ ਲਵਾਂਗੀ, ਕੋਈ ਹੋਰ ਕੋਰਸ ਜਾਂ ਡਿਪਲੋਮਾ ਵਗੈਰਾ। ਪਰ ਇੱਕ ਟਾਈਮ ਤੇ ਪਤਾ ਲੱਗਾ ਕਿ ਆਇਲਸ ਤੋਂ ਬਿਨਾ ਇੱਕ ਵੇ ਜਿਹੜੀ ਆ ਮੇਰੀ ਲਾਈਫ ਦੇ ਵਿੱਚ ਘੱਟ ਰਹਿਣੀ। ਤੇ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਥ੍ਰਿਲ ਦੀ ਤਰ੍ਹਾਂ ਲਿਆ ਕਿ ਕਰਨਾ ਹੈ, ਇਹਨੂੰ ਜੋ ਵੀ ਹੋ ਜਾਏ ਕਰਨਾ ਹੈ, ਜੋ ਵੀ ਹੈ। ਮਤਲਬ ਕਿ ਇਹ ਤੋਂ ਬਿਨਾ ਕੁਝ ਹੈ, ਮਤਲਬ ਇਹ ਇੰਨੀ ਵੀ ਔਖੀ ਚੀਜ਼ ਨਹੀਂ ਸੀ ਮੇਰੇ ਲਈ ਕਿ ਮੈਂ ਕਰ ਨਾ ਪਾਵਾਂ। ਇਸ ਚੀਜ਼ ਨੂੰ ਏਦਾਂ ਲੈ ਕੇ ਮੈਂ ਕੀਤਾ ਆ ਕਿ ਕਰਨਾ ਆ, ਮੈਨੂੰ ਕੁਝ ਸਿੱਖਣ ਨੂੰ ਹੀ ਮਿਲੂਗਾ। ਜੇ ਮੈਂ ਇਸ ਚੀਜ਼ ਤੋਂ ਦੂਰ ਜਾਊਂਗੀ ਤਾਂ ਇਹ ਮੈਂ ਕਦੀ ਵੀ ਨਹੀਂ ਕਰ ਪਾਣੀ। ਅੱਛਾ ਇੱਕ ਨਾ ਇੱਥੇ ਆਈ ਜਸਟ ਵਾਂਟ ਟੂ ਐਡ ਦਿਸ ਥਿੰਗ, ਇਹ ਮੇਰਾ ਆਪਣਾ ਐਕਸਪੀਰੀਅੰਸ ਵੀ ਹੈ। ਬੱਚੇ ਨਾ ਇਸ ਚੀਜ਼ ਨੂੰ ਲੈ ਕੇ ਬਹੁਤ ਫੋਲੋ ਕਰਦੇ ਆ, ਸਾਰੇ ਇਸ ਚੀਜ਼ ਨੂੰ ਪਲੀਜ਼ ਧਿਆਨ ਨਾਲ ਸੁਣ ਲਓ। ਉਹ ਇਹ ਆ ਕਿ ਲੋਕੀ ਕੀ ਕਹਿਣਗੇ, ਗੱਲ ਉਹੀ ਹੈ ਕਿ ਜੇ ਬੈਂਡ ਨਾ ਆਏ, ਠੀਕ ਹੈ, ਜੇ ਕਿਤੋਂ 5.5 ਰਹਿ ਗਏ, ਜੇ ਮੇਰਾ ਫਾਈਲ ਮੇਰੀ ਨਹੀਂ ਲੱਗੀ ਹੈ, ਮੇਰਾ ਜੇ ਰਿਫਿਊਜ਼ਲ ਆ ਗਿਆ ਤੇ ਲੋਕੀ ਕੀ ਕਹਿਣਗੇ। ਗਾਇਜ਼ ਇਹ ਜਿਹੜੇ 3-4 ਵਰਡ ਨਾ ਲੋਕੀ ਕੀ ਕਹਿਣਗੇ, ਇਹਨਾਂ ਨੇ ਤੁਹਾਡਾ ਪੂਰਾ ਦਾ ਪੂਰਾ ਮਾਈਂਡ ਜਿਹੜਾ ਉਹਨੂੰ ਬਲੌਕ ਕਰ ਦੇਣਾ। ਜਿੰਨੀ ਵੀ ਤੁਹਾਡੇ ਅੰਦਰ ਕ੍ਰੀਏਟੀਵਿਟੀ ਹੈ, ਜੋ ਵੀ ਤੁਹਾਡੇ ਅੰਦਰ ਪੋਟੈਂਸ਼ੀਅਲ ਹੈ, ਉਹ ਤੁਹਾਡਾ ਯੂ ਕਾਂਟ ਉਹਨੂੰ ਐਕਸਪੋਜ਼ ਨਹੀਂ ਤੁਸੀਂ ਕਰ ਸਕਦੇ, ਲੋਕਾਂ ਨੂੰ ਨਹੀਂ ਦਿਖਾ ਸਕਦੇ। ਸੋ ਜਿਹੜੀ ਚੀਜ਼ ਆਪਾਂ ਵੀ ਡਿਸਕਸ ਕਰ ਰਹੇ ਹਾਂ, you will be facing depression, you will be facing the anxiety, you will be facing everything, right? So ਹੈ ਨਾ, ਇਹ ਚੀਜ਼ ਸਹੀ ਹੈ। ਇਸ ਚੀਜ਼ ਵਿੱਚ ਇਸ ਚੀਜ਼ ਨਾਲ ਲੜਨਾ ਪੈਣਾ। ਸੋ ਇਸ ਚੀਜ਼ ਨੂੰ ਥੋੜਾ ਜਿਹਾ ਜਿੰਨਾ ਅਵੇਅਰਨੈਸ ਤੁਸੀਂ ਵਧਾ ਸਕਦੇ ਹੋ ਵਧਾਓ, ਕਿ ਡਿਪਰੈਸ ਹੋ ਕੇ ਐਂਜ਼ਾਈਟੀ ਦੇ ਨਾਲ ਪੇਪਰ ਨਹੀਂ ਕਲੀਅਰ ਹੋਣਾ, ਸਗੋਂ ਇਹਨੂੰ ਪੋਜ਼ਿਟਿਵ ਢੰਗ ਦੇ ਨਾਲ ਲਓ, ਹਨਾ। ਅੱਛਾ ਇੱਕ ਜਸਟ ਮੈਨੂੰ ਇੱਕ ਦੱਸੋ, ਜਿੱਦਾਂ ਕਈ ਇਸ ਚੀਜ਼ ਨੂੰ ਕਹਿੰਦੇ ਆ ਕਿ ਮੈਂ ਜੀ I just joined that kind of coaching, ਏਦਾਂ join ਕਰ ਲਿਆ, ਫਲਾਨਾ ਕਰ ਲਿਆ, ਧਮਕੜਾ ਕਰ ਲਿਆ, ਠੀਕ ਹੈ, ਮਾਰਨਿੰਗ ਬੈਚ ਲਾ ਲਿਆ, ਈਵਨਿੰਗ ਬੈਚ ਲਾ ਲਿਆ, ਠੀਕ ਹੈ। ਮੈਂ I'm not saying coaching is bad, but ਕੀ ਇਹਦੇ ਵਿੱਚ ਜੋ ਐਕਸਪਲੋਇਟੇਸ਼ਨ ਹੋ ਰਹੀ ਹੈ ਕੋਚਿੰਗ ਦੇ ਨਾਮ ਤੇ, ਬੱਚੇ ਦੀ ਜੋ ਐਕਸਪਲੋਇਟੇਸ਼ਨ ਹੋ ਰਹੀ ਹੈ, is it affecting the preparation of IELTS? ਕੀ ਉਹ ਅਫੈਕਟ ਕਰਦੀ ਹੈ ਕਿਤੇ ਨਾ ਕਿਤੇ? ਹਾਂਜੀ ਸਰ ਕਰਦੀ ਹੈ ਇਫੈਕਟ, ਸਪੈਸ਼ਲੀ ਇਨਵਾਇਰਨਮੈਂਟ ਉੱਥੇ ਦਾ ਬਹੁਤ ਜ਼ਰੂਰੀ ਹੈ। ਕੁਝ ਇੰਸਟੀਟਿਊਟਸ ਦੇ ਵਿੱਚ ਇਦਾਂ ਹੁੰਦਾ ਆ ਕਿ ਕਾਫੀ ਬੱਚੇ ਹੋਣ ਕਰਕੇ ਹਰ ਕਿਸੇ ਨੂੰ ਅਲੱਗ-ਅਲੱਗ ਟਾਈਮ ਨਹੀਂ ਦਿੱਤਾ ਜਾਂਦਾ, ਜਿਹਦੇ ਕਰਕੇ ਉਹ ਬੱਚਾ ਸੋਚਦਾ ਹੈ ਕਿ ਮੈਂ ਤਾਂ ਪ੍ਰੀਪੇਅਰ ਹਾਂ, ਮੈਂ ਬਹੁਤ ਆਰਾਮ ਨਾਲ ਕਰ ਸਕਦਾ ਹਾਂ, ਸੋ ਇਟਸ ਈਜ਼ੀ, ਮੇਰੇ ਲਈ ਕੁਝ ਔਖਾ ਨਹੀਂ ਆ। ਪਰ ਜਦੋਂ ਆਪਣੇ ਐਗਜ਼ਾਮ ਦੇਣ ਲਈ ਜਾਂਦੇ ਆ, ਉਹ ਬਿਲਕੁਲ ਨਹੀਂ ਪ੍ਰੀਪੇਅਰ ਹੁੰਦੇ, ਕਿਉਂਕਿ ਉਹਨਾਂ ਕੋਲ ਉਹ ਟਾਈਮ ਹੀ ਨਹੀਂ ਹੁੰਦਾ ਆਈਲਟਸ ਦੇ ਲਈ ਪਹਿਲਾਂ ਤੋਂ ਹੀ, ਜਿਹੜਾ ਉਹਨਾਂ ਨੂੰ ਆਪਣੇ ਤੇ ਦੇਣਾ ਚਾਹੀਦਾ ਹੈ ਐਗਜ਼ਾਮ ਤੋਂ ਪਹਿਲੇ। ਤੇ ਉਹ ਚੀਜ਼ ਕਾਫੀ ਇਫੈਕਟ ਕਰਦੀ ਹੈ ਉਸ ਬੱਚੇ ਤੇ, ਉਸ ਸਟੂਡੈਂਟ ਤੇ। ਹਾਂਜੀ, ਇੱਕ ਇਨਵਾਇਰਨਮੈਂਟ ਫ੍ਰੈਂਡਲੀ ਹੋਣਾ ਬਹੁਤ ਜ਼ਰੂਰੀ ਹੈ, এনवायरमेंट ਦਾ ਬਹੁਤ ਜਿਹੜਾ ਅਸਰ ਪੈਂਦਾ ਬੱਚੇ ਬੱਚੇ ਨੂੰ ਦੀ ਪੋਜ਼ਿਟਿਵ ਪ੍ਰੈਪਰੇਸ਼ਨ। ਇਫੈਕਟ ਦੇ ਨਾਲ ਗਰੋ ਕਰਨ ਲਈ ਮਤਲਬ ਕਿ ਐਨਹਾਂਸ ਕਰਦਾ ਹੈ। That's better. This is very important. ਹਾਂਜੀ So, ਹਾਂਜੀ with this note, guys, we would like to conclude. Thank you so much, Jasnoor. ਤੁਸੀਂ time ਥੈਂਕ ਯੂ ਕੱਢਿਆ, ਸਰ। ਠੀਕ ਹੈ, ਨਹੀਂ ਨਹੀਂ and ਕੋਈ ਗੱਲ on the ਨਹੀਂ। request of ours, ਤੁਸੀਂ you joined this session, and ਬਹੁਤ ਬਹੁਤ ਸ਼ੁਕਰੀਆ। Guys, ਜਿਹੜੀ ਚੀਜ਼ਾਂ ਆਪਾਂ ਅੱਜ ਜਸਨੂਰ ਤੋਂ ਸੁਣੀਆਂ ਨੇ, ਪਲੀਜ਼ ਇਹਨਾਂ ਨੂੰ ਥੋੜਾ ਜਿਹਾ ਧਿਆਨ ਦਿਓ। That IELTS is not about cramming one point. ਇਟ ਇਜ਼ ਆਲ ਅਬਾਊਟ ਕਿ ਤੁਸੀਂ ਇਸ ਨੂੰ ਆਪਣੇ ਇੱਕ ਮਾਈਂਡਸੈਟ ਦੇ ਨਾਲ ਕਿੰਨੀ ਛੇਤੀ ਕਲੀਅਰ ਕਰਦੇ ਹੋ, ਠੀਕ ਹੈ। ਆਇਲਸ ਤੁਸੀਂ ਇੱਕ ਦਿਨ ਵਿੱਚ ਵੀ ਕਰ ਸਕਦੇ ਹੋ, ਇੱਕ ਹਫਤੇ ਵਿੱਚ ਵੀ ਕਰ ਸਕਦੇ ਹੋ, ਅਗਰ ਮਾਈਂਡਸੈਟ ਸਹੀ ਹੈ। ਐਂਡ ਅਗਰ ਮਾਈਂਡਸੈਟ ਤੁਹਾਡਾ ਨਹੀਂ ਸਹੀ ਹੈਗਾ, ਯੂ ਆਰ ਨਾਟ ਪੋਜ਼ਿਟਿਵ, ਕ੍ਰੈਮਿੰਗ ਕਰ ਰਹੇ ਹੋ, ਟੈਂਪਲੇਟ ਫੋਲੋ ਕਰ ਰਹੇ ਹੋ, ਸਾਲ 1.5 ਸਾਲ ਲੱਗ ਜਾਣਾ, 2 ਸਾਲ ਲੱਗ ਜਾਣੇ, ਆਇਲਸ ਨਹੀਂ ਹੋਣੀ। ਸੋ ਵਾਈ ਟੂ ਵੇਸਟ ਮਨੀ ਆਫ ਦ ਪੇਰੈਂਟਸ? ਸੋ ਪੇਰੈਂਟਸ ਦੀ ਮਨੀ ਵੇਸਟ ਨਾ ਕਰੋ, ਠੀਕ ਹੈ। ਜਸਟ ਪੋਜ਼ਿਟਿਵ ਹੀ ਰਹੀਏ, ਹਰ ਚੀਜ਼ ਨੂੰ ਪੋਜ਼ਿਟਿਵਲੀ ਦੇਖੋ, ਹਾਂਜੀ ਠੀਕ ਹੈ। ਹਾਂ, ਸੋ ਥੈਂਕ ਯੂ ਸੋ ਮਚ ਸਾਰਿਆਂ ਨੇ ਜੁਆਇਨ ਕੀਤਾ, ਐਂਡ
God bless you. Subscribe this channel, and ਇਸੇ ਢੰਗ ਦੇ ਨਾਲ will be presenting more and more students, ਉਹਨਾਂ ਦੇ experience ਸੁਣਾਂਗੇ and ਕੋਸ਼ਿਸ਼ ਕਰਾਂਗੇ ਉਹਨਾਂ ਦੇ experience ਤੋਂ ਅਸੀਂ ਵੱਧ ਤੋਂ ਵੱਧ ਸਿੱਖ ਸਕੀਏ। and the main motive ਜੋ ਹੈਗਾ ਇਸ ਚੈਨਲ ਦਾ ਉਹ ਹੈਗਾ to create awareness create ਕਰਨੀ ਹੈ। and for that matter please share as much as you can, ਇਹਨੂੰ ਜਿੰਨਾ ਸ਼ੇਅਰ ਕਰ ਸਕਦੇ ਹੋ ਕਰੋ। ਲੈਟਸ ਮੇਕ ਦਿਸ ਅ ਪਲੇਟਫਾਰਮ ਜਿਹਦੇ ਵਿੱਚ ਅਸੀਂ ਬੱਚੇ ਇਹਨੂੰ ਖੁਦ ਆਪਣੇ ਲੈਵਲ ਤੇ ਰਨ ਕਰਨ, ਠੀਕ ਹੈ, ਐਂਡ ਬੱਚੇ ਖੁਦ ਬੱਚਿਆਂ ਨੂੰ ਅਵੇਅਰ ਕਰਨ ਕਿ ਕਿਸ ਢੰਗ ਦੇ ਨਾਲ ਤੁਸੀਂ ਆਇਲਸ ਕਰ ਸਕਦੇ ਹੋ, ਨਾ ਕਿ ਉਹ ਕਿਸੇ ਹੋਰ ਬੰਦੇ ਦੀ ਸੁਣ। ਰਾਈਟ, ਐਮ ਆਈ ਸੇਇੰਗ ਦਿਸ ਗੁੱਡ? ਹਾਂਜੀ ਸਰ, ਬਿਲਕੁਲ ਬਿਲਕੁਲ ਸਰ। ਚਲੋ, ਥੈਂਕ ਯੂ ਸੋ ਮਚ ਬੱਚਾ, ਥੈਂਕ ਯੂ, ਬਾਏ ਬਾਏ ਬੱਚੋ, ਥੈਂਕ ਯੂ।